ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਗੁਰ ਹੱਥ, ਅਗਮ ਅਗੋਚਰ, ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਮਨ ਕੀ ਮਨ ਹੀ ਮਾਹਿ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ ਰਹਾਉ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਪਉ ਤੇ ਜੁਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਫਿਰਤ ਫਿਰਤ ਪਉ ਤੇ ਜੁਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਮਨੁੱਖ ਦੇ ਜੀਵਨ ਵਿੱਚੋਂ ਅੰਧਕਾਰ ਨੂੰ, ਹਨੇਰੇ ਨੂੰ, ਅਵਿਦਿਆ ਨੂੰ ਮਿਟਾਉਣ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਮਹਾਨ ਗੁਰਬਾਣੀ ਦੀ ਰੋਸ਼ਨੀ, ਮਹਾਨ ਗੁਰਬਾਣੀ ਦਾ ਪ੍ਰਕਾਸ਼ ਚਾਨਣ ਬਖਸ਼ਿਆ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਗੁਰਬਾਣੀ ਦੀ ਲੜੀਵਾਰ ਕਥਾ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ, ਜਿਸ ਵਿੱਚ ਸਤਿਗੁਰੂ ਜੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨ ਦਾ ਉਪਦੇਸ਼ ਬਖਸ਼ਦੇ ਨੇ। ਔਰ ਸਾਡੇ ਜੀਵਨ ਦੇ ਵਿੱਚ ਜੋ ਅੰਧਕਾਰ ਹੈ, ਅਵਿਦਿਆ, ਅਸਮਤਾ ਹੈ, ਉਸ ਦੀ ਨਿਵਰਤੀ ਦਾ ਢੰਗ, ਤਰੀਕਾ, ਮਰਿਆਦਾ ਦੱਸਦੇ ਹਨ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਹੇ ਗਰੀਬ ਨਵਾਜ ਕਿਰਪਾ ਕਰੋ, ਗੁਰਬਾਣੀ ਦਾ ਮਹਾਨ ਪ੍ਰਕਾਸ਼ ਚਾਨਣ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ। ਜੋ ਸਾਡੇ ਹਿਰਦਿਆਂ ਦੇ ਵਿੱਚ ਅੰਧਕਾਰ ਹੈ, ਹਨੇਰਾ ਹੈ, ਉਹ ਦੂਰ ਹੋ ਜਾਵੇ। ਉਹ ਹਨੇਰਾ ਜਿਹੜਾ ਹੈ ਗੁਰਮੁਖੋ, ਬਾਹਰਲੇ ਚਾਨਣ ਨਾਲ, ਬਾਹਰਲੇ ਪ੍ਰਕਾਸ਼ ਨਾਲ ਦੂਰ ਨਹੀਂ ਹੁੰਦਾ। ਜਿਵੇਂ ਗੁਰਬਾਣੀ ਦੇ ਮਹਾਨ ਵਾਕ ਹਨ, ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ। ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹਨਾਂ ਚਾਨਣ ਹੋਣ ਦੇ ਬਾਵਜੂਦ ਸਾਡੇ ਜੀਵਨ ਦੇ ਵਿੱਚ ਅੰਧਕਾਰ ਹੈ, ਬੇਸਮਝੀ ਹੈ, ਸਾਨੂੰ ਸਮਝ ਨਹੀਂ ਆ ਰਹੀ। ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਕਾਰਾਂ ਤੋਂ ਮੁਕਤ ਕਿਵੇਂ ਹੋਣਾ ਹੈ। ਉਹ ਕੇਵਲ ਪ੍ਰਕਾਸ਼ ਚਾਨਣ ਸਾਨੂੰ ਸ਼ਬਦ ਦੇ ਵਿੱਚੋਂ, ਗੁਰੂ ਦੇ ਮੰਤਰ ਵਿੱਚੋਂ, ਗੁਰੂ ਦੀ ਬਾਣੀ ਦੇ ਵਿੱਚੋਂ ਪ੍ਰਾਪਤ ਹੋਵੇਗਾ। ਸਵਾਓ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਕੱਲ੍ਹ ਜੋ ਆਰੰਭਤਾ ਹੋਈ ਹੈ 631 ਅੰਗ 'ਤੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫੁਰਮਾਨ ਕਰ ਰਹੇ ਹਨ। ਸੋਰਠ ਮਹੱਲਾ ਨੌਵਾਂ। ਸੋਰਠ ਰਾਗ ਦੇ ਵਿੱਚ
ਮਹੱਲਾ ਨੌਵਾਂ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਰੀਬ ਨਿਵਾਜ ਫਰਮਾਨ ਕਰ ਰਹੇ ਨੇ, ਮਨ ਕੀ ਮਨ ਹੀ ਮਾਹੇ ਰਹੀ। ਮਨੁੱਖ ਆਪਣੇ ਅੱਜ ਨੂੰ ਨਹੀਂ ਸੰਭਾਲਦਾ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ। ਇਹਨੂੰ ਨਾਮ ਜਪਣ ਵਾਸਤੇ ਆਖਿਆ ਜਾਵੇ ਤੇ ਕਹਿੰਦਾ ਵੀ ਅਜੇ ਸਮਾਂ ਨਹੀਂ, ਮੈਂ ਜਪ ਲਵਾਂਗਾ। ਐਸੀ ਮਨ ਦੇ ਵਿੱਚ ਇਹ ਚਿਤਵਨੀ ਰੱਖੀ ਜਾਂਦਾ ਕਿ ਜਪ ਲਾਂਗੇ ਨਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਮਾਂ ਲੰਘ ਗਿਆ, ਮਨ ਦੀ ਇਹ ਚਿਤਵਨੀ ਮਨ ਵਿੱਚ ਹੀ ਰਹਿ ਗਈ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਨਾ ਤਾਂ ਵਾਹਿਗੁਰੂ ਦਾ ਨਾਮ ਜਪ ਸਕਿਆ, ਕਿਉਂਕਿ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਕਬੀਰ ਕਾਲ ਕਰੰਤਾ ਅਵੈ ਕਰ, ਅਵ ਕਰਤਾ ਸੋਇ ਤਾਲ। ਪਾਛੇ ਕਛੂ ਨਾ ਹੋਏਗੋ, ਜੋ ਸਿਰ ਪਰ ਆਵੈ ਕਾਲ। ਵਾਹਿਗੁਰੂ ਦੀ ਬੰਦਗੀ ਕਰਨੀ ਅੱਜ ਹੀ ਕਰ। ਫਿਰ ਜਦੋਂ ਸਮਾਂ ਲੰਘ ਗਿਆ, ਨਾਮ ਨਹੀਂ ਜਪ ਹੋਵੇਗਾ, ਤੋ ਇਹ ਮਨ ਦੇ ਵਿੱਚ ਹੀ ਰਹਿ ਗਈ ਵੀ ਬੰਦਗੀ ਕਰਾਂਗਾ। ਸਮਾਂ ਲੰਘ ਗਿਆ ਹੱਥ ਵਿੱਚੋਂ, ਨਾ ਤਾਂ ਵਾਹਿਗੁਰੂ ਦਾ ਸਿਮਰਨ ਕਰ ਸਕਿਆ ਤੇ ਨਾ ਜੋ ਬੰਦਗੀ ਕਰਨ ਵਾਲੇ ਗੁਰਮੁਖ ਰੂਪੀ ਤੀਰਥ ਸਨ ਉਹਨਾਂ ਦੀ ਸੇਵਾ ਵੀ ਨਹੀਂ ਕਰ ਸਕਿਆ। ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਜੋ ਸਭ ਤੋਂ ਵੱਡੇ ਤੀਰਥ ਹਨ ਉਹ ਹਨ ਨਾਮ ਜਪਣ ਵਾਲੇ ਗੁਰਮੁਖ। ਜਿਵੇਂ ਪਿੱਛੇ ਆਪਾਂ ਸਤਿਗੁਰੂ ਜੀ ਦੇ ਬਚਨ ਵਿਚਾਰੇ ਸਨ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮ ਦੇ ਦਾਸਾਂ ਦਾ ਸਰੋਵਰ ਭਾਵ ਸਤ ਸੰਗਤ। ਸਤ ਸੰਗਤ ਦਾ ਸਰੋਵਰ ਸਭ ਤੋਂ ਵੱਡਾ ਹੈ। ਗੁਰਮੁਖ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਜਿੱਥੇ ਬੈਠਦੇ ਨੇ, ਇਹ ਤੀਰਥ ਸਭ ਤੋਂ ਵੱਡਾ ਤੀਰਥ ਹੈ। ਇਹ ਵੀ ਗੁਰਬਾਣੀ ਵਿੱਚ ਬਚਨ ਆਉਂਦੇ ਨੇ, ਜਨ ਕੇ ਚਰਨ ਤੀਰਥ ਕੋਟ ਗੰਗਾ। ਜਿਹੜੀ ਬੰਦਗੀ ਕਰਨ ਵਾਲੀਆਂ ਰੂਹਾਂ ਹਨ ਉਹਨਾਂ ਦੇ ਚਰਨ ਹੀ ਕਰੋੜਾਂ ਤੀਰਥਾਂ ਵਰਗੇ ਹਨ। ਐਸੇ ਗੁਰਮੁਖਾਂ ਦੀ ਸੇਵਾ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਖਾਲਸੇ ਦੀ ਮਹਿਮਾ ਕਰਦੇ ਹੋਏ ਲਿਖਦੇ ਨੇ, ਜੁਧ ਜਿਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੁਦਾਨ ਕਰੇ। ਅਗ ਓਗ ਟਰੇ ਇਨਹੀ ਕੇ ਪ੍ਰਸਾਦ। ਮਹਾਰਾਜ ਕਹਿੰਦੇ ਇਨਹੀ ਕੀ ਕਿਰਪਾ ਪੁਨ ਧਾਮ ਭਰੇ। इन्हीं के प्रसाद सो विद्या लई, इन्हीं की कृपा सब शत्रु मरे। इन्हीं की कृपा के सजे हम हैं, नहीं मोसो गरीब करोड़ परे। किन्नी महिमा दिती नाम जपण वाले खालसे नूं, गुरमुखां नूं। ऐसे गुरमुखां दी सेवा भी नहीं कीती जिहड़े बंदगी वाले सन। ना हर भजे ना तीरथ सेवे, ਕਿਉਂਕਿ ਗੁਰਮਤਿ ਦੇ ਵਿੱਚ ਦੂਜੇ ਤੀਰਥਾਂ ਨੂੰ ਸੇਵਨ ਦੀ ਕੋਈ ਮਹਾਰਾਜ ਜੀ ਨੇ ਉਪਮਾ ਨਹੀਂ ਕੀਤੀ। ਅਸਲੀ ਤੀਰਥ ਹਨ ਗੁਰਸਿੱਖ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ। ਨਾ ਤਾਂ ਨਾਮ ਜਪ ਸਕਿਆ, ਨਾ ਸੇਵਾ ਕੀਤੀ। ਚੋਟੀ ਕਾਲ ਗਈ, ਕਾਲ ਨੇ ਆ ਕੇ ਚੋਟੀ ਤੋਂ ਪਕੜ ਲਿਆ। ਚੋਟੀ ਤੋਂ ਭਾਵ ਹੈ ਵੀ ਪੂਰੇ ਕਬਜ਼ੇ ਵਿੱਚ ਕਰ ਲੈਣਾ। ਜਿਵੇਂ ਕੋਈ ਸਾਡੇ ਸਿਰ ਤੋਂ ਚੋਟੀ ਤੋਂ ਕੇਸਾਂ ਨੂੰ ਪਕੜ ਲਵੇ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪੂਰਨ ਰੂਪ ਦੇ ਵਿੱਚ ਕਾਲ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਈ। ਇਸਤਰੀ, ਦਾਰਾ ਕਹਿੰਦੇ ਨੇ ਇਸਤਰੀ ਨੂੰ, ਮੀਤ ਮਿੱਤਰ ਪੁੱਤਰ, ਰਥ ਮੈਨੇ ਗੱਡੀਆਂ, ਸੰਪਤ ਜਿੰਨੀ ਸੰਪਤੀ ਹੈ, ਧਨ ਆਦਿਕ ਧਰਤੀ ਦਾ ਸਭ ਕੁਝ, ਜਿਹਦੇ ਵਿੱਚ ਜੀਵ ਖਚਤ ਹੋਇਆ, ਨਾਮ ਨਹੀਂ ਜਪ ਰਿਹਾ, ਬੰਦਗੀ ਨਹੀਂ ਕਰ ਰਿਹਾ। ਅਵਰ ਸਗਲ ਮਿਥਿਆ ਇਹ ਜਾਨੋ, ਭਜਨ ਰਾਮ ਕੋ ਸਹੀ। ਇਹ ਸਾਰਾ ਕੁਝ ਮਿਥਿਆ ਨਾਸਵੰਤ ਹੈ।
ਇਹ ਗੱਡੀਆਂ ਧਨ ਆਦਿਕ ਨਾਮ ਹੀ ਹੋਵੇ ਤਾਂ ਬੰਦਗੀ ਲਾਜ਼ਮੀ ਹੈ। ਬੰਦਗੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਜਪ। ਇਹ ਜਿੰਨੇ ਵੀ ਮਨੁੱਖ ਧਨ ਆਦਿਕ ਇਕੱਠੇ ਕਰ ਲੈਂਦਾ ਹੈ, ਫਿਰ ਉਹਦੇ ਵਿੱਚ ਉਹਨੂੰ ਸੰਭਾਲਣ ਵਿੱਚ ਸਮਾਂ ਲੱਗ ਜਾਂਦਾ ਹੈ, ਬੰਦਗੀ ਕਰਨ ਦਾ ਸਮਾਂ ਹੀ ਨਹੀਂ ਰਹਿੰਦਾ। ਪਾਤਸ਼ਾਹ ਕਹਿੰਦੇ ਸਾਰਾ ਕੁਝ ਨਾਸਵੰਤ ਹੈ, ਕੇਵਲ ਵਾਹਿਗੁਰੂ ਦੀ ਬੰਦਗੀ ਕਰਨੀ ਹੀ ਸਹੀ ਕਾਰਜ ਹੈ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਈ ਐ ਜੀਵਾਤਮਾ। ਮਹਾਰਾਜ ਕਹਿੰਦੇ ਬੜੇ ਯੁੱਗ ਤੂੰ ਭਟਕੇ ਹੈ, ਕਈ ਜੂਨੀਆਂ ਦੇ ਵਿੱਚ ਆਪਾਂ ਕਈ ਜੂਨੀਆਂ ਵਿੱਚ ਰਹਿ ਕੇ ਆਏ ਹਾਂ। 84 ਲੱਖ ਜੂਨੀਆਂ ਭੁਗਤ ਚੁੱਕੇ ਹਾਂ। ਕਈ ਵਾਰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਰੰਕਾਲ ਇਹ ਦੇਹ ਸੰਜਰੀਆ। ਕਈ ਜਨਮ ਸਾਖ ਕਰ ਉਪਾਇਆ, ਦਰਖਤ ਦੀਆਂ ਸ਼ਾਖਾਵਾਂ ਬਣ ਕੇ ਫੁੱਟਦਾ ਰਿਹਾ ਤੂੰ। ਮਹਾਰਾਜ ਦੇਖੋ ਕਿੰਨਾ ਬਰੀਕੀ ਵਿੱਚ ਦੱਸ ਰਹੇ ਨੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ, ਇੱਕ ਜਨਮ ਨਹੀਂ, ਕੀੜਿਆਂ ਪਤੰਗਿਆਂ ਦੀ ਜੂਨੀ ਵਿੱਚ ਕਈ ਜਨਮ ਉੱਥੇ ਬਤੀਤ ਕੀਤੇ। ਕਈ ਜਨਮ ਗੱਜ ਮੀਨ ਕੁਰੰਗਾ, ਗੱਜ ਨਾਮ ਹਾਥੀ ਦਾ, ਮੀਨ ਨਾਮ ਮਛਲੀ ਦਾ, ਕੁਰੰਗ ਜਿਹੜੇ ਹਿਰਨ ਆਦਿਕ ਨੇ। ਇਹਨਾਂ ਜੂਨੀਆਂ ਵਿੱਚ, ਇਹਨਾਂ ਸਰੀਰਾਂ ਵਿੱਚ ਵੀ ਆਪਣੀ ਆਤਮਾ ਰਹਿ ਚੁੱਕੀ ਹੈ। ਇਹਦੇ ਬਾਰੇ ਆਪਾਂ ਕਈ ਵਾਰ ਪਹਿਲਾਂ ਵੀ ਸਾਂਝ ਪਾਈ ਹੈ। ਮਨੁੱਖ ਦਾ ਪਤਾ ਕਿੱਥੋਂ ਲੱਗੇ ਵੀ ਇਹ ਕਿਹੜੀਆਂ ਜੂਨੀਆਂ ਵਿੱਚ ਜ਼ਿਆਦਾ ਰਹਿ ਚੁੱਕਾ ਹੈ? ਉਹ ਨਾ ਸਾਡੇ ਸੁਭਾਅ ਤੋਂ ਪਤਾ ਲੱਗਦਾ ਹੈ ਵੀ ਮਨੁੱਖ ਜਿਹੜੀ ਜੂਨੀ ਵਿੱਚ ਵਾਧਾ ਰਿਹਾ ਹੈ ਨਾ, ਉਹ ਸੁਭਾਅ ਪਰਪੱਕ ਹੋ ਜਾਂਦਾ ਹੈ। ਜਿਵੇਂ ਆਪਾਂ ਕੋਈ ਕੰਮ ਕਰਦੇ ਹਾਂ, ਉਹ ਕੰਮ ਆਪਾਂ ਲੰਮਾ ਸਮਾਂ ਇੱਕੋ ਕੰਮ ਕਰੀ ਜਾਈਏ ਨਾ, ਉਹ ਆਪਾਂ ਨੂੰ ਸੁਭਾਅ ਬਣ ਜਾਂਦਾ ਹੈ, ਪਰਪੱਕਤਾ ਹੋ ਜਾਂਦੀ ਉਹਦੇ ਵਿੱਚ। ਅਤੇ ਉਹ ਬੰਦਾ ਉਸ ਕੰਮ ਨੂੰ ਛੱਡ ਵੀ ਦੇਵੇ ਨਾ, ਤਾਂ ਉਸ ਤਰ੍ਹਾਂ ਦਾ ਹੀ ਉਹ ਬੋਲੇਗਾ, ਉਸ ਤਰ੍ਹਾਂ ਦਾ ਹੀ ਉਹ ਵਿਹਾਰ ਕਰੇਗਾ। ਜਿਵੇਂ ਫੌਜੀ ਵੀ ਨੌਕਰੀ ਕਰਦੇ ਨੇ, ਬੜੇ ਡਿਸਿਪਲਿਨ ਵਿੱਚ ਰਹਿੰਦੇ ਨੇ, ਉਹ ਜਦੋਂ ਨੌਕਰੀ ਛੱਡ ਕੇ ਵੀ ਆ ਜਾਂਦੇ ਨੇ, ਬਿਲਕੁਲ ਉਸੇ ਤਰ੍ਹਾਂ ਉਹਨਾਂ ਦਾ ਬੋਲ ਚਾਲ, ਉਸੇ ਤਰ੍ਹਾਂ ਉਹ ਡਿਸਿਪਲਿਨ ਵਿੱਚ ਬੜਾ ਰਹਿੰਦੇ ਨੇ। ਜਾਂ ਕੋਈ ਟੀਚਰ ਨੇ, ਜਾਂ ਕਿਸੇ ਵੀ ਮਹਿਕਮੇ ਵਿੱਚ ਜਦੋਂ ਕੋਈ ਮਨੁੱਖ ਉਸ ਤਰ੍ਹਾਂ ਦਾ ਕੰਮ ਕਰੇ, ਉਹ ਫਿਰ ਉਹਦਾ ਸੁਭਾਅ ਪਰਪੱਕ ਹੋ ਜਾਂਦਾ ਹੈ। ਉਸ ਨੌਕਰੀ ਨੂੰ ਛੱਡ ਵੀ ਦਿੱਤਾ, ਪਰ ਹੁਣ ਵੀ ਉਹਦੇ ਵਿੱਚ ਉਹ ਚੀਜ਼ ਦਿਖਾਈ ਦਿੰਦੀ ਹੈ, ਉਹਦਾ ਬੋਲਣ ਦਾ ਤਰੀਕਾ, ਉਹਦਾ ਸਾਰਾ ਕੰਮ ਕਰਨ ਦਾ ਤਰੀਕਾ। ਅਤੇ ਕੋਈ ਉਹਨੂੰ ਪੁੱਛੇ ਵੀ ਇਹ ਕੀ ਗੱਲ, ਉਹ ਕਹਿੰਦਾ ਵੀ ਮੈਂ ਇਹ ਨੌਕਰੀ ਬੜਾ ਲੰਮਾ ਸਮਾਂ ਕੀਤੀ, ਮੇਰਾ ਉਸ ਤਰ੍ਹਾਂ ਦਾ ਸੁਭਾਅ ਬਣਿਆ ਹੋਇਆ, ਹੁਣ ਮੇਰਾ ਉਸ ਤਰ੍ਹਾਂ ਦਾ ਸੁਭਾਅ, ਰੋਟੀ ਪਾਣੀ ਖਾਣ ਦਾ ਸਮਾਂ ਉਸੇ ਤਰ੍ਹਾਂ ਉਹਨਾਂ ਦਾ ਬੰਨ੍ਹਿਆ ਹੁੰਦਾ ਹੈ। ਉਹ ਕਈ ਸਾਲ ਉਸੇ ਤਰ੍ਹਾਂ ਜੀਵੇ ਹੁੰਦੇ ਨੇ, ਉਹ ਬਿਲਕੁਲ ਉਸੇ ਤਰ੍ਹਾਂ ਸਮੇਂ ਵਿੱਚ ਚੱਲਦੇ ਨੇ। ਉਹ ਸੁਭਾਅ ਵਿੱਚ ਚੀਜ਼ ਆ ਗਈ, ਜਿਹੜੀ ਆਪਾਂ ਲੰਮਾ ਸਮਾਂ ਕੰਮ ਕਰਦੇ ਹਾਂ, ਉਹ ਸਾਡੇ ਸੁਭਾਅ ਵਿੱਚ ਆ ਜਾਂਦੀ ਹੈ। ਅਤੇ ਆਪਾਂ ਵੇਖਦੇ ਹਾਂ ਕਈ ਬੰਦਿਆਂ ਨੂੰ ਕਿੰਨਾ ਸਮਝਾਓ, ਉਹ ਸੰਗਤ ਵਿੱਚ ਨਹੀਂ ਆਉਂਦੇ। ਉਹ ਨਸ਼ਾ ਕਰਨਾ, ਹੋਰ ਚੀਜ਼ਾਂ, ਜਿਵੇਂ ਕੀੜੇ ਮਕੌੜਿਆਂ ਦਾ ਜੀਵਨ ਹੈ ਉਹੀ। ਕਈ ਐਸੇ ਬੰਦੇ ਹੁੰਦੇ ਨੇ, ਉਹਨਾਂ ਦਾ ਕਿੰਨਾ ਵੀ ਭਲਾ ਕਰੋ, ਉਹ ਸੱਪ ਦੀ ਤਰ੍ਹਾਂ ਡੰਗ ਮਾਰਦੇ ਨੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸੱਪੈ ਦੁੱਧ ਪਿਆਈਐ ਵੀ ਉਹ ਮੁੱਖੋਂ ਸੱਟੈ। ਉਹਦਾ ਕਿੰਨਾ ਵੀ ਭਲਾ ਕਰੋ, ਸੱਪ ਨੂੰ ਦੁੱਧ ਪਿਆਓ, ਦੁੱਧ ਅੰਮ੍ਰਿਤ ਹੈ, ਉਹਨੇ ਜ਼ਹਿਰ ਹੀ ਮੂੰਹ 'ਚ ਉਗਲਣੀ ਹੈ। ਕਈ ਬੰਦੇ ਐਸੇ ਨੇ, ਕਿੰਨਾ ਵੀ ਭਲਾ ਕਰੋ, ਉਹਨਾਂ ਨੇ ਤੁਹਾਡੇ ਬਰਖਿਲਾਫ ਹੀ ਜਾਣਾ ਹੈ, ਕਿਉਂਕਿ ਸੱਪ ਦੀ ਜੂਨੀ ਵਿੱਚ ਬੜਾ ਰਿਹਾ ਉਹ। ਕਈ ਬੰਦੇ ਆਪਾਂ ਕਹਿੰਦੇ ਹਾਂ ਬੜਾ ਉਹਨਾਂ ਦਾ ਸੁਭਾਅ ਕੋਮਲ ਜਿਹਾ ਹੁੰਦਾ, ਅਤੇ ਆਪਾਂ ਕਹਿ ਦਿੰਦੇ ਹਾਂ ਬੰਦਾ ਨਿਰਾ ਗਊ ਹੈ, ਗਊ ਦਾ ਸੁਭਾਅ ਬੜਾ ਕੋਮਲ ਹੈ। ਇਹਦਾ ਭਾਵ ਇਹ ਬੰਦਾ ਪਿਛਲੇ ਜਨਮਾਂ ਵਿੱਚ ਉਸ ਜੂਨੀ ਵਿੱਚ ਬਹੁਤ ਸਮਾਂ ਰਹਿ ਚੁੱਕਾ ਹੈ। ਇਹ ਸਾਰੇ ਸੁਭਾਅ ਸਾਡੇ ਅੰਦਰ ਨੇ, ਬੈਠੇ ਹੋਏ ਨੇ, ਕਿਉਂਕਿ ਅਸੀਂ ਉਹਨੀਆਂ ਜੂਨੀਆਂ ਵਿੱਚ ਰਹੇ ਹੋਏ ਹਾਂ।
ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੁਨੀਆ ਵਿੱਚ ਤੂੰ ਬੜਾ ਸਮਾਂ ਕਈ ਯੁੱਗ ਰਹਿ ਚੁੱਕਿਆ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਹਾਰ ਗਿਆ ਮੈਨੇ, ਥੱਕ ਗਈ ਆਤਮਾ ਭਟਕ ਭਟਕ ਕੇ। ਅਰਦਾਸ ਕੀਤੀ, ਮਾਲਕ ਮੈਨੂੰ ਇਸ ਜੰਜਾਲ ਵਿੱਚੋਂ ਕੱਢ। ਤਾਂ ਮਾਲਕ ਵਾਹਿਗੁਰੂ ਨੇ ਫਿਰ ਕਿਹਾ, ਚੰਗਾ ਤੈਨੂੰ ਦੇਹੀ ਦਿੰਦੇ ਆ, ਉਸ ਦੇਹੀ ਦੁਆਰਾ ਮੇਰੇ ਤੱਕ ਪਹੁੰਚ ਸਕੇਗਾ। ਉਹ ਹੈ ਮਨੁੱਖਾ ਦੇਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਮਨੁੱਖਾ ਦੇਹੀ ਮਿਲ ਗਈ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਮਹਾਰਾਜ ਕਹਿੰਦੇ ਮਨੁੱਖਾ ਦੇਹੀ ਮਿਲ ਗਈ, ਤੈਨੂੰ ਵਾਰੀ ਮਿਲ ਗਈ ਰੱਬ ਨੂੰ ਮਿਲਣ ਦੀ, ਹੁਣ ਕਿਉਂ ਨਹੀਂ ਜਪਦਾ? ਉਦੋਂ ਤਾਂ ਵਾਹਿਗੁਰੂ ਕੋਲ ਅਰਦਾਸਾਂ ਕਰਦਾ ਸੀ ਜਿਸ ਸਮੇਂ ਆਪਾਂ ਮਾਤ ਗਰਭ ਵਿੱਚ ਸੀ ਨਾ, ਉਸ ਸਮੇਂ ਵੀ ਅਰਦਾਸਾਂ ਕਰਦੇ ਸੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਕਾਹੇ ਭਈਆ ਫਿਰ ਤੋ ਭੁੱਲਿਆ ਭੁੱਲਿਆ, ਜਬ 10 ਮਾਸ ਉਰਦ ਮੁਖ ਰਹਿਤਾ, 100 ਦਿਨ ਕੈਸੇ ਭੁੱਲਿਆ। ਕਹਿੰਦੇ ਬੜਾ ਭੁੱਲਿਆ ਭੁੱਲਿਆ, ਆਕੜ ਕੇ ਤੁਰਿਆ ਫਿਰਨਾ, ਨਾਮ ਨਹੀਂ ਜਪਦਾ। ਜਦੋਂ ਮਾਤ ਗਰਭ ਵਿੱਚ ਪੁੱਠਾ ਲਟਕਿਆ ਹੋਇਆ ਸੀ ਤੇ ਬੇਨਤੀਆਂ ਕਰ ਰਿਹਾ ਸੀ, ਮੈਨੂੰ ਇੱਕ ਵਾਰੀ ਦੁਨੀਆ ਵਿੱਚ ਭੇਜੋ, ਮੈਂ ਨਾਮ ਜਪਾਂਗਾ, ਬੰਦਗੀ ਕਰਾਂਗਾ, ਤੇ ਹੁਣ ਸਾਰਾ ਕੁਝ ਭੁੱਲਿਆ ਬੈਠਾ ਹੈ। ਮੁਖ ਤਲੈ ਪੈਰ ਉਪਰੋ ਵਸੰਦੋ, ਕਉ ਤੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦੇ ਨਾਏ। ਜਿਹਦਾ ਨਾਮ ਜਪ ਕੇ ਤੂੰ ਮਾਤ ਗਰਭ ਵਿੱਚ ਬਚਿਆ ਰਿਹਾ, ਹੁਣ ਕਿਉਂ ਨਹੀਂ ਉਹਦਾ ਨਾਮ ਜਪਦਾ? ਹੁਣ ਤਾਂ ਸਮਾਂ ਮਿਲਿਆ ਜਪਣ ਦਾ, ਬੰਦਗੀ ਕਰਨ ਦਾ। ਇਹ ਰੱਬ ਨੂੰ ਮਿਲਣ ਦੀ ਵਾਰੀ ਮਿਲੀ ਹੈ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਕਿਉਂ ਨਹੀਂ? ਸਤਿਪੁਰਸ਼ਾਂ ਦੇ ਕਹੇ ਹੋਏ ਦੁਆਰਾ ਨਾਮ ਕਿਉਂ ਨਹੀਂ ਜਪਦਾ? ਗੁਰੂ ਦਾ ਕਹਿਣਾ ਕਿਉਂ ਨਹੀਂ ਮੰਨਦਾ? ਨਾਮ ਕਿਉਂ ਨਹੀਂ ਜਪਦਾ? ਸੋਠ ਮਹੱਲਾ 9ਵਾਂ ਅਗਲੇਰਾ ਸ਼ਬਦ ਮਹਾਰਾਜ ਫਰਮਾਨ ਕਰ ਰਹੇ ਨੇ, ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨੈ ਕੀਨੀ ਰਹਾਓ। ਹੇ ਮਨ, ਇਹ ਕਿਹੜੀ ਮਾੜੀ ਮੱਤ, ਖੋਟੀ ਮੱਤ ਤੂੰ ਲੈ ਲਈ ਹੈ। ਰੱਬ ਦੀ ਬੰਦਗੀ ਨਹੀਂ ਕਰਦਾ, ਪਰਾਈ ਇਸਤਰੀ ਵਾ ਪਰ ਪੁਰਸ਼ ਦੇ ਵਿੱਚ ਤੂੰ ਰਚਿਤ ਹੋ ਰਿਹਾ ਹੈ, ਤੇ ਦੂਸਰਿਆਂ ਦੀ ਨਿੰਦਿਆ ਕਰਨ ਵਿੱਚ। ਇਹ 2 ਕੰਮ ਅੱਜ ਦੁਨੀਆ ਵਿੱਚ ਬੜੇ ਨੇ। ਇੱਕ ਤਾਂ ਮਨੁੱਖ ਆਪਣੇ ਕਰੈਕਟਰ ਤੋਂ ਨੀਵਾਂ ਹੋ ਗਿਆ ਹੈ, ਕਰੈਕਟਰਲੈਸ ਹੋ ਗਿਆ ਹੈ, ਤੇ ਦੂਸਰਾ ਹਰ ਇੱਕ ਦੀ ਨਿੰਦਿਆ ਕਰੀ ਜਾਂਦਾ ਹੈ। ਗੁਰੂ ਦੀ ਨਿੰਦਿਆ, ਗੁਰਬਾਣੀ ਦੀ ਨਿੰਦਿਆ, ਸ਼ੁਭ ਕਰਮਾਂ ਦੀ ਨਿੰਦਿਆ। ਆਪਾਂ ਵੇਖਦੇ ਹਾਂ ਗੁਰਬਾਣੀ ਤੇ ਕਿੰਤੂ ਪਰੰਤੂ, ਹੋਰ ਕੀ ਹੈ? ਗੁਰਬਾਣੀ ਦੀ ਨਿੰਦਿਆ ਹੀ ਹੈ। ਚੰਗੇ ਕਰਮਾਂ ਦੀ ਨਿੰਦਿਆ ਪਹਿਲਾਂ ਆਪ ਤੇ ਕਰਨਾ ਨਹੀਂ, ਜੇ ਕੋਈ ਕਰੇ ਤੇ ਉਹਦੀ ਨਿੰਦਿਆ ਕਰਨ ਲੱਗ ਜਾਣਾ, ਵੇਖਣਾ ਵੀ ਕੋਈ ਕਰ ਰਿਹਾ ਉਹਨੂੰ ਫਿਰ ਨਿੰਦਣ ਲੱਗ ਜਾਣਾ ਹੈ। ਇਹ 2 ਕੰਮ ਦੁਨੀਆ ਵਿੱਚ ਅੱਜ ਬੜੇ ਜ਼ੋਰ ਤੇ ਨੇ। ਇੱਕ ਤਾਂ ਮਨੁੱਖ ਕਰੈਕਟਰਲੈਸ ਹੋ ਗਿਆ ਹੈ, ਬੜੇ ਘਰ ਉਜੜਦੇ ਪਏ ਨੇ ਦੁਨੀਆ ਦੇ ਵਿੱਚ ਇਸ ਕਰਕੇ। ਇੱਕ ਮਨੁੱਖ ਨਿੰਦਿਆ ਕਰੀ ਜਾਂਦਾ ਹੈ ਦੂਜਿਆਂ ਦੀ, ਸੰਪਰਦਾਵਾਂ ਦੀ ਨਿੰਦਿਆ, ਸਤਿਪੁਰਸ਼ਾਂ ਦੀ ਨਿੰਦਿਆ। ਜੇ ਕੋਈ ਪ੍ਰੋਫੈਸਰ ਚੰਗਾ ਕਰਦਾ ਉਹਦੀ ਨਿੰਦਿਆ, ਜੇ ਕੋਈ ਪੜ੍ਹਿਆ ਲਿਖਿਆ ਮਨੁੱਖ ਚੰਗੀ ਗੱਲ ਆਪਾਂ ਨੂੰ ਦੱਸਦਾ ਉਹਦੀ ਨਿੰਦਿਆ ਆਪਾਂ ਕਰਨ ਲੱਗ ਜਾਂਦੇ ਹਾਂ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਮੁਕਤ ਪੰਥ ਜਾਣਿਓ ਤੈ ਨਾਇਨ, ਧਨ ਜੋਰਨ ਕੋ ਧਾਇਆ। ਵਿਸ਼ਿਆਂ ਵਿਕਾਰਾਂ ਤੋਂ, ਮਾੜੇ ਕਰਮਾਂ ਤੋਂ ਮੁਕਤ ਕਿਵੇਂ ਹੋਣਾ ਸੀ, ਉਸ ਰਸਤੇ ਨੂੰ ਜਾਣਿਆ ਹੀ ਨਹੀਂ ਹੈ। ਧਨ ਪਦਾਰਥ ਆਦਿ ਨੂੰ ਜੋੜਨ ਦੇ ਵਿੱਚ ਲੱਗਾ ਰਿਹਾ, ਧਨ ਪਦਾਰਥ ਇਕੱਠੇ ਕਰਦਾ ਰਿਹਾ। ਅੰਤ ਸੰਗ ਕਾਊ ਨੀ ਦੀਨਾ, ਬਿਰਥਾ ਆਪ ਬੰਧਾਇਆ। ਬੜਾ ਪਦਾਰਥ ਇਕੱਠਾ ਕਰ ਲਿਆ, ਨਾਮ ਨਹੀਂ ਜਪਿਆ, ਸ਼ੁਭ ਕਰਮ ਨਹੀਂ ਕੀਤੇ। ਕਿਸੇ ਵੀ ਚੀਜ਼ ਨੇ ਅੰਤ ਸਮੇਂ ਇਹਦਾ ਸੰਗ ਨਹੀਂ ਦਿੱਤਾ, ਇਹਦਾ ਸਾਥ ਨਹੀਂ ਦਿੱਤਾ। ਨਾ ਗੱਡੀਆਂ ਖੜੀਆਂ ਰਹਿ ਗਈਆਂ, ਕੀਮਤੀ ਤੋਂ ਕੀਮਤੀ, ਵਧੀਆ ਤੋਂ ਵਧੀਆ ਬਣੀ ਕੋਠੀ ਉੱਥੇ ਦੀ ਉੱਥੇ ਰਹਿ ਗਈ, ਕੋਈ ਵੀ ਚੀਜ਼ ਇਹਦੇ ਨਾਲ ਨਹੀਂ ਚੱਲੀ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਵਿਅਰਥ ਹੀ ਆਪਣੇ ਆਪ ਨੂੰ ਇਹਨਾਂ ਜੰਜਾਲਾਂ ਦੇ ਵਿੱਚ ਹੋਰ ਬੰਨ੍ਹ ਲਿਆ। ਨਾ ਹਰਿ ਭਜਿਓ, ਨਾ ਗੁਰਜਨ ਸੇਵਿਓ, ਨੈ ਉਪਜਿਓ ਕਛ ਗਿਆਨਾ। ਨਾ ਤਾਂ ਵਾਹਿਗੁਰੂ ਦਾ ਨਾਮ ਜਪਿਆ, ਨਾ ਗੁਰੂ ਦੀ, ਨਾ ਸੰਗਤਾਂ ਦੀ ਸੇਵਾ ਕੀਤੀ।
ਨਾ ਹੀ ਅੰਦਰ ਕੋਈ ਆਤਮਕ ਗਿਆਨ ਦਾ ਕਣ ਪੈਦਾ ਹੋਇਆ। ਘਾਟੀ ਮਾਏ ਨਿਰੰਜਨ ਤੇਰੇ ਤੈ ਖੋਜ ਤੁਧ ਆਨਾ। ਵਾਹਿਗੁਰੂ ਪਰਮਾਤਮਾ ਤਾਂ ਹਿਰਦੇ ਦੇ ਵਿੱਚ ਹੀ ਸੀ, ਬਾਰੇ ਬਾਹਰ ਭਟਕਦਾ ਰਿਹਾ। ਇੱਕ ਤਾਂ ਉਹ ਲੋਕ ਜਿਹੜੇ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਰਹੇ, ਇੱਕ ਉਹ ਜਿਹੜੇ ਧਰਮ ਦੇ ਮਾਰਗ 'ਤੇ ਚੱਲੇ ਤਾਂ ਸੀ, ਪਰ ਉਹ ਜੰਗਲਾਂ ਵਿੱਚ ਹੀ ਭਟਕਦੇ ਰਹੇ। ਵਾਹਿਗੁਰੂ ਪਰਮਾਤਮਾ ਨੂੰ ਬਾਹਰ ਹੀ ਲੱਭਦੇ ਰਹੇ, ਆਪਣੇ ਅੰਦਰ ਲੱਭਿਆ ਹੀ ਨਹੀਂ, ਜਾਣਿਆ ਹੀ ਨਹੀਂ ਹੈ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਤਰ ਮਤ ਨਹੀਂ ਪਾਈ। ਬੜੇ ਜਨਮ ਭਟਕਦਾ ਰਿਹਾ, ਉਹ ਮਤ ਨਹੀਂ ਪ੍ਰਾਪਤ ਕੀਤੀ ਜਿਹੜੀ ਸਦਾ ਰਹਿਣ ਵਾਲੀ ਹੈ। ਭਾਵ ਉਹ ਮਤ ਜਿਹਦੇ ਦੁਆਰਾ ਜੀਵ ਨੇ ਅਸਰ ਹੋਣਾ ਸੀ, ਸਦਾ ਟਿਕਾ ਵਿੱਚ ਆ ਜਾਣਾ ਸੀ, ਵਾਹਿਗੁਰੂ ਵਿੱਚ ਲੀਨਤਾ ਹਾਸਲ ਕਰਨੀ ਸੀ। ਉਹ ਮਤ ਲੈਣੀ ਸੀ ਗੁਰੂ ਕੋਲੋਂ, ਤੇ ਗੁਰੂ ਦੀ ਮਤ ਲਈ ਨਹੀਂ ਹੈ। ਮਾਨਸ ਦੇ ਪਾਏ ਭਦ ਹਰਿ ਭਜ, ਨਾਨਕ ਬਾਤ ਬਤਾਈ। ਮਹਾਰਾਜ ਕਹਿੰਦੇ ਮਨੁੱਖਾ ਦੇ ਹੀ ਮਿਲੀ ਹੈ, ਇਹਦੇ ਦੁਆਰਾ ਵਾਹਿਗੁਰੂ ਨੂੰ ਪਾ ਲੈ, ਪਰਮਾਤਮਾ ਨੂੰ ਜਪ ਲੈ। ਇਹੀ ਇੱਕ ਰਸਤਾ ਹੈ, ਵਾਹਿਗੁਰੂ ਨੂੰ ਮਿਲਣ ਦਾ ਇਹੀ ਇੱਕ ਮਾਰਗ ਹੈ। ਮਨੁੱਖਾ ਦੇ ਹੀ ਦੁਆਰਾ ਵਾਹਿਗੁਰੂ ਦਾ ਨਾਮ ਜਪਣਾ। ਮਹਾਰਾਜ ਕਹਿੰਦੇ ਤੈਨੂੰ ਪਤੇ ਦੀ ਗੱਲ ਦੱਸ ਦਿੱਤੀ ਹੈ ਕਿ ਤੇਰਾ ਭਲਾ ਇਸੇ ਵਿੱਚ ਹੈ। ਵਾਹਿਗੁਰੂ ਵਾਹਿਗੁਰੂ ਜਪ, ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰ। ਸੋਠ ਮਹੱਲਾ ਨੌਵਾਂ। ਹੁਣ ਨਾਮ ਜਪਣਾ ਕਿਵੇਂ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਗਲੇਰੇ ਸ਼ਬਦ ਵਿੱਚ ਫਰਮਾਨ ਕਰ ਰਹੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਇਹ ਮਨ ਵਾਹਿਗੁਰੂ ਦੀ ਸ਼ਰਨ ਦੀ ਵਿਚਾਰ ਕਰ, ਭਾਵ ਉਹਦੀ ਸ਼ਰਨ ਵਿੱਚ ਜਾਣਾ ਕਰ। ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਜਾ। ਜੇ ਸਿਮਰਤ ਗਣਕਾ ਸੀ ਉਦਰੀ ਤਾਕੋ, ਜਾਸੁਰ ਧਾਰੋ। ਜਿਹਦਾ ਸਿਮਰਨ ਕਰਕੇ ਗਣਕਾ ਵਰਗੀ ਦਾ ਵੀ ਉਧਾਰ ਹੋ ਗਿਆ। ਗਣਕਾ ਦੋ ਤਰ੍ਹਾਂ ਦੀਆਂ ਵੇਸ਼ਵਾਵਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ, ਇੱਕ ਗਣਕਾ ਤੇ ਇੱਕ ਪਿੰਗਲਾ। ਜਿਵੇਂ ਬਾਣੀ ਵਿੱਚ ਬਚਨ ਆਉਂਦਾ, ਅਜਾਮਲ ਪਿੰਗਲਾ ਕੁੰਚਰ। ਮਹਾਰਾਜ ਕਹਿੰਦੇ ਇਹਨਾਂ ਦਾ ਭਲਾ ਹੋ ਗਿਆ, ਉਧਾਰ ਹੋ ਗਿਆ। ਅਜਾਮਲ ਪਿੰਗਲਾ ਲੁਭਤ ਕੁੰਚਰ, ਗਏ ਹਰ ਕੈ ਪਾਸ। ਐਸੇ ਦੁਰਮਤ ਨਿਸਤਰੇ, ਤੂੰ ਕਿਉਂ ਨਾ ਤਰੈ ਰਵਿਦਾਸ। ਇਹ ਜਿਹੜੀ ਗਣਕਾ ਦਾ ਇੱਥੇ ਜ਼ਿਕਰ ਹੈ, ਇਹਦਾ ਨਾਮ ਸੀ ਚੰਦਰਮਣੀ। ਬੜਾ ਇਹਦਾ ਸੋਹਣਾ ਸਰੂਪ ਸੀ, ਬੜਾ ਰੰਗ ਰੂਪ। ਮਾੜੇ ਪਾਸੇ ਹੋ ਤੁਰੀ, ਮਾੜਾ ਜੀਵਨ ਦਾ ਰਾਹ ਅਪਣਾ ਲਿਆ ਤੇ ਲੋਕਾਂ ਦੇ ਘਰ ਬਰਬਾਦ ਕੀਤੇ। ਭਾਈ ਗੁਰਦਾਸ ਜੀ ਨੇ ਇਹਦਾ ਜ਼ਿਕਰ ਲਿਖਿਆ, ਗਣਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨ ਚੱਕ, ਗਣਕਾ ਵਾੜੇ ਆਏ ਖਲੋਤਾ। ਇਹ ਗਣਕਾ ਜਿਹੜੀ ਹੈ ਘਰ ਸ਼ਹਿਰ ਤੋਂ ਬਾਹਰ ਇਹਦੀ ਕੋਠੀ ਸੀ, ਤੇ ਲੋਕਾਂ ਨੇ ਆਉਣਾ, ਇਹਨੇ ਮੁਜਰਾ ਕਰਨਾ, ਲੋਕਾਂ ਦੇ ਘਰ ਬਰਬਾਦ ਹੋਣੇ। ਇੱਕ ਵਾਰੀ ਬੜਿਆ ਭਾਰੀ ਮੀਂਹ ਲੱਗਾ। ਅੱਜ ਕੋਈ ਵੀ ਸ਼ਹਿਰ ਵਿੱਚੋਂ ਇਹਦੀ ਕੋਠੀ 'ਤੇ ਨਹੀਂ ਆਇਆ। ਇੱਕ ਮਹਾਂਪੁਰਸ਼ ਬਜ਼ੁਰਗ, ਹੱਥ ਵਿੱਚ ਉਹਨੇ ਤੋਤਾ ਪਕੜਿਆ ਪਿੰਜਰੇ ਦੇ ਵਿੱਚ। ਬੜਾ ਭਾਰੀ ਮੀਂਹ ਲੱਗਾ, ਉਹਨੂੰ ਪਤਾ ਨਹੀਂ ਸੀ ਉਹ ਮਹਾਂਪੁਰਸ਼ ਤੋਂ ਬਾਹਰੋਂ ਆਇਆ ਸੀ। ਇਹਦੀ ਕੋਠੀ ਦਾ ਜਿਹੜਾ ਬਰਾਮਦਾ ਸੀ ਥੱਲੇ, ਉੱਥੇ ਆ ਕੇ ਉਹ ਮੀਂਹ ਤੋਂ ਬਚਣ ਵਾਸਤੇ ਠੰਡ ਦੀ ਰੋਸੀ ਖੜ ਗਿਆ। ਬੜਾ ਦੰਦ ਵੱਜਣ ਉਹਦੇ, ਬੁਰਾ ਹਾਲ। ਇਹ ਵੇਖ ਰਹੀ ਸੀ ਅੱਜ ਕੋਈ ਵੀ ਮਨੁੱਖ ਸ਼ਹਿਰ ਵਿੱਚੋਂ ਨਹੀਂ ਆਇਆ, ਇੱਕ ਮਹਾਂਪੁਰਸ਼ ਆ ਗਿਆ ਹੈ। ਦਇਆ ਆ ਗਈ ਇਹਦੇ ਮਨ ਵਿੱਚ ਕਿਤੇ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋੜੀਐ, ਜਬ ਲਗ ਘਟ ਮੇ ਪ੍ਰਾਣ। ਦਇਆ ਤੋਂ ਧਰਮ ਪੈਦਾ ਹੁੰਦਾ ਹੈ। ਤਾਂ ਉਸ ਸਮੇਂ ਉਹ ਮਹਾਂਪੁਰਸ਼ ਦੇ ਕੋਲ ਆਈ, ਬੇਨਤੀ ਕੀਤੀ, ਲੈ ਗਈ, ਅੰਗੀਠੀ ਬਾਲ ਦਿੱਤੀ, ਉਹਨੂੰ ਸੁੱਕੇ ਬਸਤਰ ਪਾਉਣ ਵਾਸਤੇ ਦਿੱਤੇ। ਉਹ ਮਹਾਂਪੁਰਸ਼ ਗੱਲਬਾਤ ਹੋਣ ਲੱਗ ਪਈ ਤੇ ਇਹ ਰੋਣ ਲੱਗ ਪਈ, ਪੈਰਾਂ 'ਤੇ ਸਿਰ ਧਰਤਾ, ਕਹਿਣ ਲੱਗੀ, ਮਹਾਂਪੁਰਸ਼ੋ ਤੁਸੀਂ ਮੇਰੇ ਘਰ ਆ ਤਾਂ ਗਏ ਹੋ, ਪਰ ਤੁਹਾਨੂੰ ਪਤਾ ਨਹੀਂ ਇਹ ਘਰ ਕੋਠੀ ਕਿਹਦੀ ਹੈ। ਕਹਿੰਦੇ ਪੁੱਤਰ ਦੱਸ ਕਿਹਦੀ ਕੋਠੀ ਹੈ।
ਕਹਿਣ ਲੱਗੀ ਜੀ मैं गणका पापना वेशवा हाँ, मैं बड़ी दुनिया बर्बाद की, बड़ियां दे घर बर्बाद किए ने। महापुरुषो मेरा किवें भला होएगा, मेरा सारा जीवन पाप विच लंघ चलिया है। तां दया आ गई महापुरुषां नूं। गणका पापण होए कह पापां दा गढ़हार पुरोता, महापुरख अचान चक गणका वाड़े आए खलोता। दुरमत देख दयाल होए, हथों उसनों दितो स्तोता। लिव लागी तिस तोत्यों, नित पढ़ाए करे असोता। कहते इनू राम राम जपाया कर तोते नूं रोज़, माड़े कर्म छड़ देंगी भला हो जाएगा। कहती मैं अज तो बाद माड़ा कर्म नहीं करांगी। कहते चंगा फिर तेरी कल्याणता हो जाएगी। रोज़ उस तोते नूं राम राम जपान लग पई। एक ऐसा भी हुंदा आपां वेखो तुसीं कई बार जिहड़ा बंदा पाप विच प्रवृत्त हुंदा है ना, वो धर्म ही बन जावे ते पक्का धर्मी बन जाता है। तो जिहड़ा बंदा कई बार धर्मी होने का दावा करता धर्मी हुंदा नहीं है। तुसीं वेखिआ होना कई बार कोई बंदे नशा करते सी ना, जदों धर्म वाले पासे आए जां केस कतल करते सी, जदों धर्म वाले पासे आए पूरे परपक्क बाणे विच हो गए, ऐन रहत बहत दे विच परपक्क हो गए। पर जिहड़े अपने आप नूं धर्मी होने का दावा करते हैं उन्हां दे पास धर्म नहीं हुंदा। तो यह भी उस तरह बड़ी परपक्कता विच इन्हें जिहड़ा है वो धर्म धारण कर लिया, नाम जपन लग पई, इहदा भला होया। महाराज कहते वेखो जिहदा नाम जप के वाहिगुरू दा गणका वर्गी दा उधार हो गया। तां को जस उर धारो, उस वाहिगुरू दे नाम जस नूं अपने हिरदे विच धारण करो रहा। विश्राम दे के कहते अटल भ्यो तरू जाके सिमरन अर निरपै पद पाया। जिस अकाल पुरख वाहिगुरू का सिमरन करके ध्रुव भगत नूं अटल पदवी मिल गई। वो पदवी जिहड़ी कदे नाश नहीं हुंदी, निरभै पदवी उन्होंने प्राप्त हुई। दुनिया विच वो अटल हो गए सदा वास्ते। उन्हां दा नाम आपां हुण भी लईए तो इवें लगदा जिवें कल दी गल है। आपां ध्रुव भगत का नाम लईए ना, प्रहलाद का नाम लईए तो इवें लगदा जिवें कल दी गल, भी थोड़ा समा होया है इन्हां भगतां नूं होया। दुख हरता ए बिद को स्वामी तै काए विसराया। वो वाहिगुरू दुखा नूं हरण वाला इस विधि द्वारा, जिवें ध्रुव दे दुख नूं हरिया, जिवें गणका दे दुखां दा नाश कीता। महाराज सच्चे पातशाह जी कहते ऐसा वाहिगुरू तू क्यों भुला दिता है। जब ही शरण गई कृपा निध, गज गरा ते छूटा। महाराज कहते वाहिगुरू नूं पुकारो। वाहिगुरू तो ऐसा है किसी जानवर ने भी उन्होंने पुकारिया है तो वाहिगुरू ने उसकी भी मदद की है। एक जानवर हाथी का जिक्र किया है। जदों उसनूं तेंदुए ने पकड़ लिया गंडका नदी दे विच, पटने दे कोल दी गल है, तो वाहिगुरू परमात्मा ने उस हाथी नूं भी बचाया। जब भी शरण गई कृपा निध, गज गराह ते छूटा। महिमा नाम कहाँ लो वरनो, राम कहत बंधन ते टूटा। वाहिगुरू दे नाम की महिमा कित्थों तक बयान करिए भाई। तू तो बंदा है, वाहिगुरू परमात्मा ने तो एक जानवर की पुकार सुन के उसदे बंधन तोड़ दिते। जदों उन्हें भी रब का नाम लिया वो भी बंधना तो मुक्त हो गया। अजामल पापी जग जाने निमख माए निस्तारा। अजामल जिन्हों सारी दुनिया पापी कहती, पापी करके जानिया दुनिया ने, उसने भी अपनी रसना तो अखीरले समय नारायण किया तो उहदा भी भला होया। नानक कह चे चिंतावन तै पी उतरे पारा। महाराज कहते जो चिंता नूं दूर करन वाले वाहिगुरू परमात्मा का नाम रूप चिंतामणि है। उस वाहिगुरू के नाम नूं जप तेरियां भी चिंतावां दूर हो जाणगियां। उस वाहिगुरू के नाम नूं जप नानक कह चेत चिंतावन तै भी उतरे पारा। तू भी पार हो जावेगा भवजल तो। इस तरह गुरु तेग बहादुर साहब जी महाराज पावन बाणी के द्वारा उपदेश बख्शिया है। सतगुरु की अगाध बोध बाणी दियां विचारां करदिआं होइयां भुलां दी खिमा करनी। सो गुरमुखो जरूर समय चों समा कढ़ के संगत करिए, नाम जपीए, तां जो साडा ये जीवन
ਜਿਹੜਾ ਹੈ ਲੇਖੇ ਵਿੱਚ ਲੱਗ ਜਾਵੇ, ਭਲਾ ਹੋਵੇ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ